ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਪ੍ਰਵਿੰਦਰਪ੍ਰੀਤ ਸਿੰਘ ਪੰਦੇਰ ਸਵੇਰ ਦੀਆਂ ਵੱਡੀਆਂ ਖਬਰਾਂ ਲੈ ਕੇ ਤੁਹਾਡੇ ਵਿਚਕਾਰ ਹਾਜ਼ਰ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ, ਜੋ ਕਿ ਲਗਭਗ 7 ਮਹੀਨੇ ਬਾਅਦ ਨਾਭਾ ਦੀ ਜੇਲ੍ਹ ਤੋਂ ਬਾਹਰ ਨਿਕਲੇ ਨੇ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ, ਜਿਸ ਤੋਂ ਬਾਅਦ ਉਹ ਬੀਤੇ ਦਿਨ ਜਿਹੜੇ ਕਿ ਨਾਭਾ ਦੀ ਜੇਲ੍ਹ ਵਿੱਚੋਂ ਜਿਹੜੀ ਕਿ ਬਾਹਰ ਆਏ ਨੇ। ਉਹਨਾਂ ਦੀ ਧਰਮ ਪਤਨੀ ਗਨੀਪ ਕੌਰ ਮਜੀਠੀਆ ਖੁਦ ਉਹਨਾਂ ਨੂੰ ਲੈਣ ਦੇ ਲਈ ਆਏ। ਚਿੱਟਾ ਕੁੜਤਾ ਪਜਾਮਾ ਲਿਆਂਦਾ ਗਿਆ, ਜਿਸ ਤੋਂ ਬਾਅਦ ਚਿੱਟਾ ਕੁੜਤਾ ਪਜਾਮਾ ਪਾ ਕੇ ਬਿਕਰਮ ਮਜੀਠੀਆ ਜੇਲ੍ਹ ਤੋਂ ਬਾਹਰ ਨਿਕਲੇ। ਜੇਲ੍ਹ ਤੋਂ ਬਾਹਰ ਨਿਕਲਦੇ ਹੀ ਉਹਨਾਂ ਨੇ ਮੀਡੀਆ ਨੂੰ ਸੰਬੋਧਨ ਕੀਤਾ, ਮੀਡੀਆ ਨਾਲ ਗੱਲਬਾਤ ਕੀਤੀ ਤੇ ਮੁੱਛਾਂ ਨੂੰ ਉਸੇ ਤਰ੍ਹਾਂ ਵੱਟੇ ਦਿੱਤੇ ਜਿਸ ਤਰ੍ਹਾਂ ਕਿ ਗ੍ਰਿਫਤਾਰੀ ਵਾਲੇ ਦਿਨ ਦੇ ਰਹੇ ਸੀ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਮਰਥਕ ਨਾਭਾ ਜੇਲ੍ਹ ਦੇ ਬਾਹਰ ਪਹੁੰਚੇ ਹੋਏ ਸਨ ਤੇ ਇੱਕ ਕਾਫਲੇ ਦੇ ਰੂਪ ਵਿੱਚ ਉਹ ਪਟਿਆਲਾ ਪਹੁੰਚੇ ਤੇ ਪਟਿਆਲਾ ਵਿਖੇ ਆ ਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ। ਅੱਗੇ ਗੱਲ ਕਰਦੇ ਹਾਂ US ਇੰਡੀਆ ਡੀਲ ਦੀ, ਜੋ ਕਿ ਬੀਤੇ ਦਿਨੀ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਸੰਸਦ ਵਿੱਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਵਿਰੋਧੀ ਧਿਰਾਂ ਨੇ ਇਸ ਮੁੱਦੇ ਉੱਤੇ ਚਰਚਾ ਕਰਨ ਲਈ ਸੰਸਦ ਵਿੱਚ ਹੰਗਾਮਾ ਕੀਤਾ, ਜਿਸ ਤੋਂ ਬਾਅਦ ਕਾਂਗਰਸ ਦੇ 8 ਸਾਂਸਦਾਂ ਨੂੰ ਪੂਰੇ ਸੈਸ਼ਨ ਦੇ ਲਈ ਜਿਹੜਾ ਕਿ ਬਾਹਰ ਕਰ ਦਿੱਤਾ ਗਿਆ, ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਮੀਡੀਆ ਨੂੰ ਸੰਬੋਧਨ ਕੀਤਾ। ਉਹਨਾਂ ਨੇ ਕਿਹਾ ਹੈ ਕਿ ਦੇਸ਼ ਦੀ ਸਰਕਾਰ ਤੇ ਪ੍ਰਧਾਨ ਮੰਤਰੀ ਮੋਦੀ ਜਿਹੜੇ ਕੀ ਹੈ US ਇੰਡੀਆ ਡੀਲ ਉੱਤੇ ਗੱਲ ਕਰਨ ਤੇ ਡਰਦੇ ਨੇ। ਉਹਨਾਂ ਨੇ ਕਿਹਾ ਕਿ ਇਸ ਵਿੱਚ ਉਹਨਾਂ ਨੇ ਐਮਸਟਨ ਫਾਈਲ ਦਾ ਵੀ ਜ਼ਿਕਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਦੋਸਤ ਜੋ ਅਡਾਨੀ ਨੇ, ਗੌਤਮ ਅਡਾਨੀ ਨੇ, ਉਹ ਉਹਨਾਂ ਦੀ ਗ੍ਰਿਫਤਾਰੀ ਤੋਂ ਵੀ ਡਰਦੇ ਨੇ। ਇਸ ਦੇ ਨਾਲ ਸਾਬਕਾ ਫੌਜ ਮੁਖੀ ਨਰਵਣੇ ਦੇ ਉਹਨਾਂ ਨੇ ਇੱਕ ਕਿਤਾਬ ਦਾ ਵੀ ਜ਼ਿਕਰ ਕੀਤਾ ਤੇ ਕੀ ਕਿਹਾ, ਆਓ ਸੁਣਦੇ ਹਾਂ। मैं 3 चीजें बोलना चाहता हूं। पहली चीज बोलने नहीं दे रहे हैं। मोदी जी घबराए हुए हैं। आपने देखा जो ट्रेड डील 4 महीने से रुकी हुई थी 4 महीने से कुछ बदला नहीं। किसी न किसी कारण, जो मैं जानता हूं नरेंद्र मोदी जानते हैं। नरेंद्र मोदी जी ने कल शाम उस डील को साइन कर दिया। नरेंद्र मोदी जी पर प्रेशर है, भयंकर प्रेशर है, और नरेंद्र मोदी जी का जो इमेज का गुब्बारा है, जो हजारों करोड़ रुपए लेकर बनाया गया था, वो फूट सकता है। इशू ये नारावाने की स्टेटमेंट नहीं है, ये साइड शो है, और वो भी जानते हैं, मैं भी जानता हूं। मेन बात ये है कि हमारे प्रधानमंत्री को कॉम्प्रोमाइज कर दिया गया है। किसने किया है, कैसे किया है, ये हिंदुस्तान की जनता को सोचना है। मगर इतिहास में पहली बार हिस्ट्री में LOP को प्रेसिडेंशियल एड्रेस में नहीं बोलने दिया। बाहर बोल दीजिए, जो अंदर नहीं कहा दिया जा रहा है। वो तो ऑटोमेटिकली होगा जी। बट ये आप समझिए, और हिंदुस्तान के जो किसान हैं, आप सब समझिए कि इस ट्रेड डील में आपकी मेहनत को, आपके खून पसीने को नरेंद्र मोदी जी ने बेच दिया है। ਅੱਗੇ ਗੱਲ ਕਰਦੇ ਆ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਦੀ, ਜਿਨ੍ਹਾਂ ਨੂੰ ਸੰਸਦ ਚੋਂ ਜਿਹੜਾ ਕਿ ਸਸਪੈਂਡ ਕਰ ਦਿੱਤਾ ਗਿਆ ਸੈਸ਼ਨ ਦੇ ਲਈ। ਤੁਹਾਨੂੰ ਦੱਸ ਦਈਏ ਕਿ US ਇੰਡੀਆ ਡੀਲ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਕਾਂਗਰਸ ਪਾਰਟੀ ਵੱਲੋਂ ਸੰਸਦ 'ਚ ਹੰਗਾਮਾ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ 8 ਸੰਸਦ ਮੈਂਬਰ ਕਾਂਗਰਸ ਦੇ ਇਸ ਜਿਹੜੇ ਕਿ ਸੈਸ਼ਨ ਦੇ ਲਈ ਉਹ ਸਸਪੈਂਡ ਕਰ ਦਿੱਤੇ ਗਏ, ਜਿਨ੍ਹਾਂ ਵਿੱਚ ਰਾਜਾ ਵੜਿੰਗ ਅਤੇ ਗੁਰਜੀਤ ਔਜਲਾ ਦਾ ਨਾਮ ਵੀ ਸ਼ਾਮਲ ਹੈ। ਤੇ ਉਸ ਤੋਂ ਬਾਅਦ ਗੁਰਜੀਤ ਔਜਲਾ ਨੇ ਮੀਡੀਆ ਨੂੰ ਸੰਬੋਧਨ ਕੀਤਾ। ਉਹਨਾਂ ਨੇ ਕਿਹਾ ਕਿ US ਇੰਡੀਆ ਡੀਲ ਦੇ ਨਾਲ ਭਾਰਤ ਦੇ ਲੋਕਾਂ ਨੂੰ ਵੱਡਾ ਨੁਕਸਾਨ ਹੋਵੇਗਾ, ਖਾਸ ਕਰਕੇ ਇੰਡੀਆ ਦੇ ਕਿਸਾਨਾਂ ਅਤੇ ਉਦਯੋਗਪਤੀਆਂ ਨੂੰ ਵੱਡਾ ਨੁਕਸਾਨ ਝੱਲਣਾ ਪਏਗਾ। ਉਹਨਾਂ ਨੇ ਕਿਹਾ ਕਿ ਇਹ ਕਿਸੇ ਡਰ ਤੋਂ ਅਜਿਹਾ ਕੀਤਾ ਗਿਆ ਤੇ US ਵੱਲੋਂ ਜਿਹੜੇ ਕਿ ਸਾਡੇ ਉੱਤੇ ਟੈਰਿਫ ਲਗਾਇਆ ਜਾ ਰਿਹਾ ਹੈ ਤੇ ਇੰਡੀਆ ਸਰਕਾਰ ਵੱਲੋਂ ਜਿਹੜਾ ਕਿ ਉਹਨਾਂ ਲਈ ਟੈਰਿਫ ਮਾਫ ਕਰ ਦਿੱਤਾ ਗਿਆ। ਦੇਖੋ, ਜਿਸ ਤਰੀਕੇ ਦੇ ਨਾਲ US ਦੇ ਰਾਸ਼ਟਰਪਤੀ ਨੇ
ਟਵੀਟ ਕਰਕੇ ਜਾਣਕਾਰੀ ਦਿੱਤੀ ਹੈ, ਤੇ ਜਦ ਕਿ ਭਾਰਤ ਵੱਲੋਂ ਕੋਈ ਜਾਣਕਾਰੀ ਇਹਦੀ ਨਹੀਂ ਆਈ। ਉੱਥੇ ਤੇ ਸਾਡੀ ਪਾਰਟੀ ਨੇ ਐਡਜਰਨਮੈਂਟ ਮੋਸ਼ਨ ਦਿੱਤਾ ਸੀ ਕਿ ਇਹ ਸਾਰਾ ਹਾਊਸ ਰੋਕ ਕੇ, ਕਿਉਂਕਿ ਦੇਸ਼ ਲਈ ਬਹੁਤ ਵੱਡੀ ਗੱਲ ਹੈ ਇਸ ਵੇਲੇ, ਸਾਰਾ ਦੇਸ਼ ਦਾ ਕਿਸਾਨ ਔਰ ਇੰਡਸਟਰੀ ਜਿਹੜੀ ਉਹ ਖਤਰੇ 'ਚ ਹੈ, ਉਹਦੇ ਬਾਰੇ ਆ ਕੇ ਗੱਲ ਕਰਨ, ਪਰ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ, ਹਾਊਸ ਬੰਦ ਹੋ ਗਿਆ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਡੀਲ ਹੋਈ ਹੈ ਉਹਦੇ ਮੁਤਾਬਕ ਇੰਡੀਆ ਦਾ ਜਿਹੜਾ ਗੁੜ ਜਿਹੜੀਆਂ ਐਕਸਪੋਰਟ ਇੱਥੋਂ ਇੰਡੀਆ ਜੋ ਅਮਰੀਕਾ ਜਾਂਦੀਆਂ ਸੀ ਉਹਦੇ ਤੇ 18% ਟੈਰਿਫ ਜਿਹੜਾ ਉਹਨਾਂ ਨੇ 25 ਤੋਂ ਘਟਾ ਕੇ ਕਰ ਦਿੱਤਾ, ਤੇ ਜਿਹੜੀਆਂ ਇੰਡੀਆ ਆਉਣੀਆਂ ਨੇ ਉਹਨਾਂ ਦਾ ਐਗਰੀਕਲਚਰ ਦਾ ਸਮਾਨ, ਉਹਨਾਂ ਦਾ ਟੈਕਨੋਲੋਜੀ ਜਾਂ ਕੋਈ ਆਟੋਮੋਬਾਈਲ ਜਿਹੜਾ ਵੀ ਉਹਨਾਂ ਦਾ ਸਮਾਨ ਇੱਧਰ ਆਏਗਾ ਉੱਤੇ 0% ਟੈਰਿਫ ਹੈ। ਸਾਡੀ ਮਾਰਕੀਟ ਕਿਵੇਂ ਮੁਕਾਬਲਾ ਕਰੇਗੀ? ਉਹੀ ਪ੍ਰਧਾਨ ਮੰਤਰੀ ਸਾਹਿਬ ਪਿਛਲੇ ਸੈਸ਼ਨ ਦੇ ਵਿੱਚ ਹਾਊਸ 'ਚ ਖਲੋ ਕੇ ਉਹਨਾਂ ਨੇ ਕਿਹਾ ਸੀ ਸੰਧੂਰ ਆਪਰੇਸ਼ਨ ਤੋਂ ਬਾਅਦ ਕਿ ਮੈਂ ਅਮਰੀਕਾ ਨਾਲ ਕੋਈ ਗੱਲ ਨਹੀਂ ਕਰਨੀ, ਉਹ ਚਾਹੁੰਦਾ ਹੈ ਕਿ ਸਾਡੀ ਕਿਸਾਨੀ ਦੇ ਉੱਤੇ ਦੇ ਹਿੱਤਾਂ ਦੇ ਉੱਤੇ ਸਮਝੌਤਾ ਕਰਨਾ, ਪਰ ਮੈਂ ਆਪਣੀ ਕਿਸਾਨੀ ਦੇ ਹਿੱਤ ਕਿਤੇ ਗਿਰਵੀ ਨਹੀਂ ਰੱਖਣੇ, ਆਪਣੇ ਕਿਸਾਨਾਂ ਦਾ ਨੁਕਸਾਨ ਨਹੀਂ ਹੋਣਾ। ਅੱਜ ਮੋਦੀ ਜੀ ਬੋਲਣ ਨੂੰ ਤਿਆਰ ਨਹੀਂ ਗਏ ਕਿ ਕਿੱਥੇ ਗਏ ਹੁਣ ਕਿਸਾਨ ਦੇਸ਼ ਦੇ, ਕਿੱਥੇ ਜਾਣਗੇ ਹੁਣ ਕਿਸਾਨ ਜਿਨ੍ਹਾਂ ਨੂੰ ਤੁਸੀਂ ਖੁੱਲੀ ਮਾਰਕੀਟ ਦੇ ਦਿੱਤੀ, ਉਹਨਾਂ ਨੂੰ ਆ ਕੇ ਕੋਈ ਉਹਨਾਂ ਦੇ ਟੈਰਿਫ ਨਹੀਂ ਹੈਗਾ, ਕੋਈ ਕੰਟਰੋਲ ਨਹੀਂ ਹੋਣਾ, ਕਿੰਨਾ ਮਾਲ ਲੈਣਾ ਕਿੰਨਾ ਨਹੀਂ ਲੈਣਾ, ਜਿੰਨਾ ਮਰਜ਼ੀ ਉਹ ਵੇਚਣ। ਅੱਜ ਪੂਰੇ ਦੇਸ਼ ਦੇ ਕਿਸਾਨਾਂ ਦਾ ਹਿੱਤ ਜਿਹੜਾ ਹੈ ਉਹ ਗਿਰਵੀ ਰੱਖਤਾ ਮੋਦੀ ਸਾਹਿਬ ਨੇ। ਉਸ ਤੋਂ ਇਲਾਵਾ $500 ਬਿਲੀਅਨ ਦਾ ਸਮਾਨ ਤੁਸੀਂ ਉਹਨਾਂ ਕੋਲ ਲੈਣਾ ਹੈ। ਆਪਣੀ ਜਿਹੜਾ ਤੁਹਾਡਾ ਬਜਟ ਹੈ ਉਹਦਾ ਤਕਰੀਬਨ 18% ਹਿੱਸਾ ਬਣ ਜਾਂਦਾ ਹੈ ਜੇ ਤੁਸੀਂ ਉਹਨੂੰ ਕੈਲਕੂਲੇਟ ਕਰੋਗੇ। ਇਹਨੇ ਦਾ ਇਕੱਲਾ ਸਮਾਨ ਅਸੀਂ ਅਮਰੀਕਾ ਤੋਂ ਹੀ ਲੈਣਾ ਹੈ। ਚਾਈਨਾ ਦੀ ਪਹਿਲੋਂ ਮੰਡੀ ਅਸੀਂ ਬਣੀ ਪਏ ਹਾਂ, ਅਮਰੀਕਾ ਦੀ ਮੰਡੀ ਅਸੀਂ ਬਣਾ ਲਈ। ਸਾਡਾ ਜਿਹੜਾ ਯੂਥ ਹੈ ਦੇਸ਼ ਦਾ, ਉਹਨੂੰ ਦਿਸ਼ਾ ਸਾਡੇ ਪ੍ਰਧਾਨ ਮੰਤਰੀ ਕੀ ਦੇ ਰਹੇ, ਉਹ ਕਿੱਧਰ ਜਾਏਗਾ? ਮੇਕ ਇਨ ਇੰਡੀਆ ਦਾ ਜਿਹੜਾ ਨਾਰਾ ਸੀ ਕਿੱਥੇ ਕਿੱਥੇ ਜਾਏਗਾ? ਅੱਗੇ ਗੱਲ ਕਰਦੇ ਹਾਂ BKU ਚਟੂਨੀ ਦੀ। ਭਾਰਤੀ ਕਿਸਾਨ ਯੂਨੀਅਨ ਚਟੂਨੀ ਵੱਲੋਂ ਪੰਚਕੂਲਾ ਵਿਖੇ ਧਰਨਾ ਲਗਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੀਆਂ ਮੰਗਾਂ ਲੈ ਕੇ ਧਰਨਾ ਲਗਾਇਆ ਗਿਆ ਸੀ ਤੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਨਾਮ ਉੱਤੇ ਮੰਗ ਪੱਤਰ ਵੀ ਸੌਂਪਿਆ ਗਿਆ ਕਈ ਮੰਗਾਂ ਨੂੰ ਲੈ ਕੇ, ਜੋ ਕਿ ਕਈ ਸਟੇਟ ਲੈਵਲ ਦੀਆਂ ਮੰਗਾਂ ਸੀ। ਇਸ ਦੇ ਨਾਲ ਕਈ ਸੈਂਟਰ ਲੈਵਲ ਦੀਆਂ ਮੰਗਾਂ ਸੀ, ਉਹਨਾਂ ਲੈ ਕੇ ਧਰਨਾ ਲਗਾਇਆ ਗਿਆ ਸੀ। ਚਟੂਨੀ ਦਾ ਕਹਿਣਾ ਹੈ ਕਿ ਅਗਰ ਸਾਡੀਆਂ ਮੰਗਾਂ ਜਲਦ ਨਹੀਂ ਮੰਨੀਆਂ ਗਈਆਂ ਤਾਂ ਅਸੀਂ ਵੱਡੇ ਪੱਧਰ ਉੱਤੇ ਸੰਘਰਸ਼ ਵੀ ਕਰਾਂਗੇ। ਤਾਂ ਇਸੇ ਤਰ੍ਹਾਂ ਪੰਜਾਬ ਵਿੱਚ ਵੀ ਕਈ ਖੱਬੇ ਪੱਖੀ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। US ਇੰਡੀਆ ਟ੍ਰੇਡ ਡੀਲ ਨੂੰ ਲੈ ਕੇ ਜਿਹੜਾ ਕਿ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਇਸ ਕਦਮ ਤੋਂ ਸਰਕਾਰ ਪਿੱਛੇ नहीं हटी तो बड़ा प्रदर्शन ਜਿਹੜਾ कि किसान जथेबंदियां करनगियां। देखिए, हम पूरे हरियाणा के अंदर हर जिले में एक प्रदर्शन कर रहे हैं। उसमें कुछ मांगे प्रदेश के लेवल की हैं और कुछ मांगे राष्ट्र के लेवल की हैं। जैसे नया बीज बिल आ रहा है, नया बिजली बिल आ रहा है, MSP गारंटी कानून की बात है, किसानों के कर्जा मुक्त की बात है, किसानों के इलाज फ्री करवाने की बात है, किसानों के चिकित्सा फ्री करवाने की बात है। और इन सभी चीज़ों के ऊपर MSP गारंटी की बात, इन सभी चीज़ों के ऊपर जो है और एक बहुत बड़ा धान घोटाला हरियाणा के अंदर हुआ है। इस बार 200 रुपये से 500 रुपये पर क्विंटल का कट हरियाणा के किसानों को झेलना पड़ा है। जो सरकार से तो पैसा पूरा आया लेकिन किसानों तक वो नहीं पहुंचा। इन मांगों को लेके हम ने जो जिला दर जिला प्रदर्शन कर रहे हैं, ज्ञापन दे रहे हैं, क्योंकि इतना बड़ा घोटाला हुआ और उस पर खाली करनाल में तो कुछ कार्रवाई हुई, थोड़ी यमुनानगर में एक पर्चा दर्ज हुआ, बाकी कहीं पे उसमें कुछ नहीं हुआ। तो इन सब मांगों को लेके हम प्रदेश सरकार के नाम और सेंट्रल सरकार के नाम ज्ञापन सौंप रहे हैं। आज पंचकुले का नंबर था, उसी में आज प्रदर्शन करते हुए यहाँ पे पहुँचे हैं और ADC मैडम को ज्ञापन दिया है। और अभी इसी तरह से 6 तारीख का जो प्रदर्शन है वो जींद के अंदर है। तो कदम दर कदम ऐसे चलेंगे। और 23 मार्च को भगत सिंह के शहीदी दिवस के ऊपर एक बड़ी पंचायत, एक बड़े रैली पिपली अनाज मंडी जिला कुरुक्षेत्र के अंदर रखी है। वो राष्ट्र लेवल की है, दूसरे प्रदेशों के लोग भी उसमें आएंगे। अगर तब तक ना माने तो उसके अंदर फिर हम कोई कड़ा फैसला लेंगे। ਗੱਲ ਕਰਦੇ ਅੱਜ ਦੇ ਮੌਸਮ ਦੀ। ਅੱਜ ਦਾ ਔਸਤਨ ਤਾਪਮਾਨ 19 ਡਿਗਰੀ ਰਹਿਣ ਵਾਲਾ। ਇਸ ਦੇ ਨਾਲ 84% ਹਵਾ 'ਚ ਨਮੀ ਰਹੇਗੀ ਅਤੇ 5 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣਗੀਆਂ। ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਠੰਡਾ ਰਹੇਗਾ ਤੇ ਕਿਤੇ ਕਿਤੇ ਧੁੰਦ ਵੀ ਦਿਖਾਈ ਦੇਗੀ। ਸਵੇਰ ਦੀਆਂ ਵੱਡੀਆਂ ਖਬਰਾਂ 'ਚ ਅੱਜ ਲਈ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।